हाँ जी दोस्तों, मैं ਤੁਹਾਡਾ ਆਪਣਾ ਬੇਅੰਤ ਮਾਨ ਇੱਕ ਵਾਰ ਫੇਰ ਨਵੇਂ ਫਾਰਮ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਆਪਣੇ ਚੈਨਲ ਪਿੰਡੂ ਜ਼ਿਮੀਂਦਾਰ ਤੇ। ਜਿਹੜੀ ਅੱਜ ਦੀ ਇਹ ਵੀਡੀਓ ਆਪਾਂ ਸ਼ੂਟ ਕੀਤੀ ਆ, ਇਹ ਆਪਾਂ ਪਿੰਡ ਬਾਗਾ ਜ਼ਿਲ੍ਹਾ ਚ ਬਠਿੰਡਾ ਚ ਪੈਂਦਾ ਜੀ ਪਿੰਡ ਇਹ। ਤੇ ਇੱਥੇ ਆਪਾਂ ਤੁਹਾਡੀ ਮੁਲਾਕਾਤ ਡਾਕਟਰ ਗੁਰਸੇਵਕ ਸਿੰਘ ਜੀ ਨਾਲ ਕਰਾਵਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਫਾਰਮ ਤੇ ਆਏ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਚੈਨਲ ਦਾ। ਹਾਂਜੀ ਡਾਕਟਰ ਸਾਹਿਬ, ਤੁਸੀਂ ਹੁਣ ਜਿਹੜੀ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਨੀ ਹੈ ਜੀ, ਤੁਸੀਂ ਇਹ ਦੱਸੋ ਜੀ ਜਿਹੜਾ ਆਪਣਾ ਡਾਕਟਰੀ ਪੇਸ਼ਾ ਜੀ, ਇਸ ਕਿੱਤੇ ਦੇ ਵਿੱਚ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ? ਡਾਕਟਰੀ ਪੇਸ਼ੇ ਦੇ ਵਿੱਚ ਜੀ ਮੈਨੂੰ 2004 ਚ ਲੱਗਿਆ ਸੀ ਜੀ ਮੈਂ ਕੰਮ ਕਰਨ। ਤੇ ਲਗਭਗ ਆਪਾਂ ਨੂੰ 17 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਡਾਕਟਰੀ ਦਾ। ਤੇ ਵੈਸੇ ਘੋੜੀਆਂ ਰੱਖਦਿਆਂ ਨੂੰ ਤਾਂ ਸਾਨੂੰ ਮਤਲਬ 24-25 ਸਾਲ ਹੋ ਗਏ। ਅੱਛਾ ਜੀ। 93 ਚ ਆਪਾਂ ਪਹਿਲੀ ਘੋੜੀ ਲੈ ਕੇ ਆਂਦੀ ਸੀ ਬਚਪਨ ਤੋਂ ਹੀ ਆਪਾਂ ਸ਼ੌਂਕ ਰੱਖਦੇ ਹਾਂ ਘੋੜਿਆਂ ਦਾ। ਹਾਂਜੀ। ਤੇ ਡੈਡੀ ਅਰਕਾਂ ਦੇ ਨਾਲ ਜਾ ਕੇ ਕਿਤੇ ਤੋਂ ਘੋੜੀ ਲੈ ਕੇ ਆਏ ਸੀ ਆਪਾਂ ਪਹਿਲੀ। ਅੱਛਾ ਜੀ। ਤੇ ਉਦੋਂ ਦੇ ਰੱਖ ਹੀ ਰਹੇ ਆ, ਮਤਲਬ ਤਕਰੀਬਨ ਛੱਡੇ ਹੀ ਨਹੀਂ ਜਾਨਵਰਾਂ ਦਾ ਕੰਮ। ਹਾਂਜੀ। ਤੇ ਬਾਕੀ ਘੋੜੇ ਘਾੜੇ ਵੀ ਆਪਣੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ, ਮਾੜਾ ਮੋਟਾ ਵਪਾਰ ਵੀ ਕਰਦੇ ਰਹਿੰਦੇ ਆ। ਤੇ ਇਲਾਜ ਵੀ ਘੋੜਿਆਂ ਦਾ ਆਪਾਂ ਵਧੀਆ ਕਰਦੇ ਆ ਜੀ ਆਪਦੇ ਹਿਸਾਬ ਨਾਲ। ਤੇ ਬਾਕੀ ਚੱਲੀ ਜਾਂਦਾ ਜੀ ਸਿਸਟਮ ਜਿਵੇਂ ਪਰਮਾਤਮਾ ਚਲਾਈ ਜਾਂਦਾ। ਅੱਛਾ ਜੀ, ਘੋੜੀਆਂ ਮੰਨ ਲਓ ਪਹਿਲਾਂ ਤੋਂ ਰੱਖਦੇ ਹੋ ਤੁਸੀਂ ਤੇ ਡਾਕਟਰੀ ਕਿੱਤੇ ਦੇ ਵਿੱਚ ਬਾਅਦ ਚ ਆਪਣਾ ਹੱਥ ਖੋਲਿਆ ਜੀ ਤੁਸੀਂ? ਹਾਂ ਜੀ, ਮੈਂ ਘੋੜੀਆਂ ਤਾਂ ਜੀ 93 ਚ ਅਸੀਂ ਪਹਿਲੀ ਘੋੜੀ ਲਿਆਂਦੀ ਸੀਗੀ ਜੀ। ਠੀਕ ਹੈ ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਘੋੜੀ ਤਾਂ ਮਤਲਬ ਛੱਡੀ ਨਹੀਂ ਜੀ, ਕੋਈ ਬੱਚੇ ਬੁੱਚੇ ਲੈ ਕੇ ਵੇਚਦੇ ਰਹੇ ਆ ਆਪਦੇ, ਕੋਈ ਮਾੜਾ ਮੋਟਾ ਪੜ੍ਹਦੇ ਰਹੇ ਨਾਲ ਨਾਲ ਇਹ ਕੰਮ ਵੀ ਕਰਦੇ ਰਹੇ, ਕਿਉਂਕਿ ਅਸੀਂ ਛੋਟੇ ਜ਼ਿਮੀਂਦਾਰ ਆ ਜੀ। ਉਹਦੇ ਕਰਕੇ ਸਾਨੂੰ ਇੱਕ ਸਹਾਇਕ ਧੰਦਾ ਜੀ ਨਾਲ, ਮਤਲਬ ਇੱਕ ਸਾਈਡ ਬਿਜ਼ਨਸ ਕਹਿ ਸਕਦੇ ਹਾਂ ਖੇਤੀ ਦੇ ਨਾਲ। ਤੇ ਤਾਂ ਕਰਕੇ ਸਾਨੂੰ ਇਹਦੇ ਨਾਲ ਬੈਨੀਫਿਟ ਰਿਹਾ ਜੀ। ਤੇ ਅੱਜ ਆਪਾਂ ਜਿੰਨੇ ਵੀ ਮੁਕਾਮ ਤੇ ਖੜੇ ਆ, ਇਹ ਘੋੜਿਆਂ ਦੀ ਬਦੌਲਤ ਹੀ ਖੜੇ ਆ। ਤੇ ਘੋੜਿਆਂ ਕਰਕੇ ਹੀ ਆਪਾਂ ਘੋੜਿਆਂ ਦੇ ਡਾਕਟਰ ਬਣ ਗਏ। ਠੀਕ ਹੈ ਜੀ। ਹਾਂ, ਪਰਮਾਤਮਾ ਦੀ ਕਿਰਪਾ ਰਹੀ। ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਜਿਹੜਾ ਤੁਸੀਂ ਆਪਣਾ ਨਵਾਂ ਸਟੱਡ ਫਾਰਮ ਬਣਾਇਆ ਇੱਥੇ, ਘੋੜਾ ਵੀ ਆਪਣਾ ਤੁਸੀਂ ਇੱਥੇ ਲੈ ਆਂਦਾ ਹੁਣ। ਹਾਂਜੀ ਹਾਂਜੀ, ਇਹਦੇ ਬਾਰੇ ਸਾਨੂੰ ਦੱਸੋ ਜੀ, ਇਹ ਆਪਣਾ ਫਾਰਮ ਤਿਆਰ ਕਰਦੇ ਨੂੰ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ? ਫਾਰਮ ਆਪਾਂ ਜੀ ਇਹ 4 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀਗਾ ਜੀ। ਹਾਂਜੀ। ਤੇ ਫਾਰਮ ਦੀ ਨਿਊ ਰੱਖੀ ਹੈ ਜੀ ਆਪਾਂ, ਜਦੋਂ ਵੀ ਆਪਾਂ ਗੁੜੀਆ ਦੇ ਨਾਂ ਦੇ ਰੱਖਿਆ ਜੀ ਇਹਦਾ ਆਪਣਾ ਫਾਰਮ ਦਾ ਨਾਮ ਜੀ। ਆਪਾਂ ਇਹ ਏਕਮ ਸਟੱਡ ਫਾਰਮ ਰੱਖਿਆ ਜੀ ਨਾਮ, ਆਪਣੇ ਗੁੜੀਆ ਦਾ ਨਾਮ ਹੈ ਜੀ ਏਕਮ। ਅੱਛਾ। ਤੇ ਉਹਦੇ ਨਾਂ ਤੇ ਹੀ ਆਪਾਂ ਫਾਰਮ ਦਾ ਨਾਮ ਰੱਖਿਆ ਜੀ, ਕਿਉਂਕਿ ਮੁੰਡਿਆਂ ਦੇ ਨਾਂ ਤੇ ਤਾਂ ਸਾਰੀ ਦੁਨੀਆ ਰੱਖਦੀ ਹੈ ਜੀ। ਅੱਛਾ ਜੀ। ਤੇ ਆਪਾਂ ਆਪਦੀ ਗੁੜੀਆ ਦੇ ਨਾਂ ਤੇ ਰੱਖਿਆ ਜੀ, ਕਿਉਂਕਿ ਕੁੜੀ ਤੇ ਮੁੰਡੇ 'ਚ ਆਪਾਂ ਕੋਈ ਜ਼ਿਆਦਾ ਫਰਕ ਨਹੀਂ ਸਮਝਦੇ ਜੀ। ਠੀਕ ਹੈ ਜੀ। ਡਾਕਟਰ ਸਾਹਿਬ ਤੁਸੀਂ ਜਿਹੜਾ ਆਪਣਾ ਇਹ ਅੱਗੇ ਘੋੜਾ ਰੱਖਿਆ ਜੀ ਫਾਰਮ ਤੇ, ਇਹਦੇ ਬਾਰੇ ਸਾਨੂੰ ਦੱਸੋ ਜੀ, ਇਹਦੀ ਡਿਟੇਲ ਦਿਓ ਜੀ। ਇਹ ਘੋੜਾ ਆਪਣਾ ਜੀ ਮਜਨੂ ਇਹਦਾ ਨਾਮ ਹੈ ਜੀ। ਅੱਛਾ ਜੀ। ਤੇ 4.5 ਸਾਲ ਇਹਦੀ ਏਜ ਹੋ ਗਈ ਜੀ। 16 ਦਾ ਅਗਸਤ ਹੈ ਇਹਦਾ, 16 ਤਰੀਕ ਦਾ। ਹਾਂਜੀ। ਤੇ 16 ਚ ਹੀ ਇਹਦਾ ਜਨਮ ਹੋਇਆ ਸੀ। ਤੇ ਆਪਣੇ ਸਰਪੰਚ ਸਾਹਿਬ ਹੈ ਜੀ ਇੱਥੇ ਕਾਕਾ ਸਿੰਘ ਬੰਗੀ ਗਲਾ। ਅੱਛਾ ਜੀ। ਤੇ ਉਹਨਾਂ ਦੇ ਘਰ ਚੇਅਰਮੈਨ, ਕਾਕਾ ਚੇਅਰਮੈਨ ਕਹਿੰਦੇ ਜੀ। ਤੇ ਉਹਨਾਂ ਦੇ ਘਰ ਇਹਦਾ ਜਨਮ ਹੋਇਆ ਜੀ। ਤੇ ਐਡਮ ਦਾ ਇਹ ਦੋਹਤਾ ਹੈ ਜੀ। ਅੱਛਾ। ਤੇ ਗੁਰਪ੍ਰੀਤ ਬਾਈ ਕੋਲ ਇਹ ਘੋੜਾ ਸੀਗਾ ਜੀ ਖਲੀ ਤੇ ਦਾਰਾਪੁਰ, ਉਹਦਾ ਇਹ ਬੱਚਾ ਹੈ ਜੀ। ਤੇ ਨੀਲੇ ਦਾ ਇਹ ਪੋਤਾ ਹੈ ਜੀ। ਅੱਛਾ ਜੀ। ਤੇ ਇਹਦੀ ਹਾਈਟ ਤਕਰੀਬਨ 66 ਪਲੱਸ ਹੈ ਜੀ ਇਸ ਟਾਈਮ। ਅੱਛਾ ਜੀ। ਹਾਂ ਜੀ। ਤੇ ਰਿਜ਼ਲਟ ਬਹੁਤ ਵਧੀਆ ਆ ਰਹੇ ਆ ਜੀ, 6-7 ਬੱਚੇ ਆਏ ਆ। ਬਾਕੀ ਘੋੜੀਆਂ ਆਪਣੀਆਂ ਹੁਣ ਸੂਣ ਵਾਲੀਆਂ ਜੀ, ਜਿਵੇਂ ਜਿਵੇਂ ਘੋੜੀਆਂ ਸੂਣਗੀਆਂ ਜੀ ਤਾਂ ਆਪਾਂ ਨਾਲ ਫੋਟੋ ਵਗੈਰਾ ਅਪਡੇਟ ਕਰਦੇ ਰਹਾਂਗੇ ਜੀ ਫੇਸਬੁੱਕ ਤੇ ਵਗੈਰਾ। ਡਾਕਟਰ ਸਾਹਿਬ ਆਪਣੇ ਜਿਹੜਾ ਤੁਸੀਂ ਇਹ ਫਾਰਮ ਤੇ ਸੈਟਅਪ ਬਣਾਇਆ, ਜਿਵੇਂ ਘੋੜੇ ਵਾਸਤੇ ਇੱਥੇ ਮੀਟਿੰਗ ਵਾਸਤੇ ਘੋੜੀਆਂ ਆਉਂਦੀਆਂ ਨੇ ਹਨਾ, ਤਾਂ ਉਹਨਾਂ ਵਾਸਤੇ ਜਿਹੜਾ ਕੋਈ ਬਾਹਰੋਂ ਅੰਦਰੋਂ ਲੈ ਕੇ ਆਉਂਦਾ ਕੋਈ ਘੋੜੀਆਂ ਹਨਾ, ਦੂਰੋਂ ਕਿਸੇ ਹੋਰ ਸਟੇਟ ਚੋਂ ਆਉਂਦੇ ਆ ਬੰਦੇ ਜੀ, ਉਹਨਾਂ ਦਾ ਤੁਸੀਂ ਇੱਥੇ ਰੱਖਿਆ ਜੀ ਰਹਿਣ ਬਹਿਣ ਦਾ, ਜਾਂ ਕੋਈ ਘੋੜੀਆਂ ਰੱਖਣ ਦਾ ਪ੍ਰਬੰਧ ਆ ਜੀ ਜਿਹੜਾ? ਹਾਂਜੀ, ਹੁਣ ਆਪਣੇ ਕੋਲ ਇੱਕ ਘੋੜੀ ਖੜੀ ਹੈ ਜੀ ਇੱਥੇ, ਸਾਫ ਰੰਗ ਦੀ, ਨੀਲੇ ਰੰਗ ਦੀ ਹੈ ਜੀ। ਤੇ ਉਹ ਬੰਦਾ ਬਾਈ ਮਤਲਬ ਆਸਟ੍ਰੇਲੀਆ ਰਹਿੰਦਾ ਜੀ, ਗੁਰਵਿੰਦਰ ਸਿੰਘ ਉਹਨਾਂ ਦਾ ਨਾਂ ਹੈ ਜੀ। ਅੱਛਾ ਜੀ। ਤੇ ਉਹਨਾਂ ਨੇ ਘੋੜੀ ਆਪਣੇ ਕੋਲੇ ਮੇਟ ਕਰਾਉਣ ਵਾਸਤੇ ਭੇਜੀ ਹੈ ਜੀ। ਅੱਛਾ ਜੀ। ਤੇ ਇਹ ਇੱਥੋਂ ਹੁਣ ਗੱਭਣ ਚੈੱਕ ਕਰਕੇ ਹੀ ਭੇਜਣੀ ਹੈ ਜੀ। ਅੱਛਾ ਜੀ। ਤੇ ਬਾਈ ਨੇ ਆਪਣੇ ਭਰੋਸੇ ਨਾਲ ਹੀ ਭੇਜੀ ਜੀ, ਤੁਸੀਂ ਸਾਂਭੋ ਸਾਡੀ ਘੋੜੀ, ਚਾਹੇ ਮਹੀਨਾ ਰੱਖਣੀ ਪਵੇ ਚਾਹੇ 2 ਰੱਖਣੀ ਪਵੇ ਜੀ। ਉਹ ਖਰਚਾ ਵਰਚਾ ਤਾਂ ਉਹ ਜੀ ਸੈਟਿੰਗ ਹੋ ਜਾਂਦੀ ਹੈ ਜੀ ਬੰਦੇ ਦੀ। ਤੇ ਆਪਾਂ ਹੁਣ ਇਹ ਗੱਭਣ ਚੈੱਕ ਕਰਾ ਕੇ ਹੀ ਭੇਜਣੀ ਹੈ ਜੀ। ਤੇ ਜੇ ਕੋਈ ਡਾਕਟਰੀ ਸਹੂਲਤ ਇਹਨੂੰ ਲੋੜ ਪਊਗੀ, ਕੋਈ ਦਵਾਈ ਵਗੈਰਾ ਰੱਖਣ ਦੀ ਕੋਈ ਹੋਰ, ਉਹ ਆਪਾਂ ਇੱਥੇ ਰੱਖਾਂਗੇ ਜੀ, ਕੋਈ ਚੱਕਰ ਨਹੀਂ, ਕਿਉਂਕਿ ਆਪਾਂ ਆਪ ਹੀ ਇਲਾਜ ਕਰਨਾ ਜੀ, ਆਪ ਹੀ ਘੋੜਾ ਛੱਡਣਾ ਜੀ। ਡਾਕਟਰ ਸਾਹਿਬ ਫਿਰ ਉਹ ਬਾਈ ਨੂੰ, ਜਿਵੇਂ ਤੁਸੀਂ ਕਹਿੰਦੇ ਹੋ ਆਸਟ੍ਰੇਲੀਆ ਬੈਠਾ ਬਾਈ, ਉਹਨੂੰ ਤੁਹਾਡਾ ਰੈਫਰੈਂਸ ਕਿਵੇਂ ਮਿਲਿਆ ਜੀ, ਕਿਵੇਂ ਜਵਾਬ ਬਣਿਆ ਜੀ ਇਹ? ਬਸ ਆਹ ਆਪਣੀਆਂ ਚੈਨਲ ਵਗੈਰਾ ਤੇ ਜੀ ਉਹਨਾਂ ਨੇ ਘੋੜਾ ਵਗੈਰਾ ਦੇਖਿਆ ਜੀ ਆਪਣਾ, ਉਹਨਾਂ ਨੂੰ ਵਧੀਆ ਲੱਗਿਆ ਜੀ। ਤੇ ਬਾਈ ਨੇ ਘੋੜੀ ਭੇਜਤੀ ਜੀ ਗੱਲ ਕਰਕੇ। ਇੱਥੇ ਸਾਡੇ ਰੇਸ਼ਮ ਹੈ ਬਾਈ ਬਾਂਡੀ ਤੋਂ। ਤੇ ਉਹਨਾਂ ਨੇ ਮਤਲਬ ਉਹਨਾਂ ਦੇ ਰਾਹੀਂ ਘੋੜੀ ਆਈ ਹੈ ਜੀ ਆਪਣੇ ਕੋਲੇ ਮਿਲਾਉਣ ਵਾਸਤੇ ਜੀ। ਅੱਛਾ ਜੀ। ਹਾਂ। ਤੇ ਅੱਗੇ ਜੇ ਆਪਾਂ ਇਹਦੀ ਖਾਦ ਖੁਰਾਕ ਦੀ ਗੱਲ ਕਰੀਏ ਜੀ, ਤਾਂ ਤੁਸੀਂ ਘੋੜੇ ਨੂੰ ਜਿਹੜੀ ਡੇਲੀ ਰੂਟੀਨ ਦੇ ਵਿੱਚ ਡਾਈਟ ਆ ਜੀ ਉਹ ਕੀ ਦਿੰਦੇ ਹੋ?
ਅਸੀਂ ਤਕਰੀਬਨ ਫੀਡ ਬਣਾਉਣੇ ਆ ਜੀ ਘੋੜਿਆਂ ਵਾਸਤੇ। ਅੱਛਾ ਜੀ। ਤੇ ਫੀਡ ਆਪਾਂ ਆਪ ਦੀ ਹੀ ਤਿਆਰ ਕਰਦੇ ਆ ਜੀ। ਅੱਛਾ ਤੇ ਮੰਨ ਲਓ ਵੀ ਜੇ ਕਿਸੇ ਨੇ ਬਣਾਉਣੀ ਹੈ ਤਾਂ ਉਹਨਾਂ ਨੂੰ ਵੀ ਦੱਸ ਦਿੰਦੇ ਹੁੰਦੇ ਵੀ ਆਹ ਚੀਜ਼ਾਂ ਪਾ ਲਓ। ਹਾਂਜੀ ਹਾਂਜੀ। ਤੇ ਉਹਦੇ ਵਿੱਚ ਆਪਾਂ ਜੀ ਕਣਕ ਪਾ ਦਿੰਦੇ ਹੁੰਦੇ ਜੀ। ਅੱਛਾ 20 ਕਿਲੋ ਜੀ, 20 ਕਿਲੋ ਜਮੀ ਜਾਂ ਜੌਂ ਜੀ। ਅੱਛਾ ਜੀ। ਤੇ 15 ਕਿਲੋ ਛੋਲਿਆਂ ਦਾ ਛਿਲਕਾ ਆ ਜਾਂਦਾ ਜੀ। ਹਾਂਜੀ। 12 ਕਿਲੋ ਛੋਲੇ ਆ ਜਾਂਦੇ ਜੀ। ਅੱਛਾ ਜੀ। 7 ਕਿਲੋ ਸੋਇਆਬੀਨ ਦੀ ਖਾਲ ਆ ਜਾਂਦੀ ਹੈ ਜੀ। ਹਾਂਜੀ। 3 ਕਿਲੋ ਤਾਰਾ ਮੀਰਾ ਹੁੰਦਾ ਜੀ। 2 ਕਿਲੋ ਸ਼ੱਕਰ ਤੇ ਕਿਲੋ ਨੂਣ ਜੀ। ਤੇ ਬਾਕੀ ਕੋਈ ਪਾਊਡਰ ਵਗੈਰਾ ਕਿਸੇ ਨੇ ਪਾਉਣਾ ਹੋਵੇ ਜਿਵੇਂ ਇਕੋਮਿਨ ਹੈ, ਅੰਪਾਇਰ ਵਾਲਾ ਦਾ YC ਹੈ, ਹੋਰ ਵੀ ਕਈ ਕੰਪਨੀਆਂ ਦੇ ਪਾਊਡਰ ਆਉਂਦੇ ਆ, ਉਹਨਾਂ 'ਚੋਂ ਕੋਈ ਵੀ ਆਪਾਂ 1 ਕਿਲੋ ਦੀ ਕੁਆਂਟਲ ਮਰ ਪਾ ਸਕਦੇ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਇਹ ਜਿਹੜੀ ਤੁਸੀਂ ਦੱਸੀ ਹੈ ਜੀ ਖੁਰਾਕ ਫੀਡ ਤਿਆਰ ਆਪਾਂ ਕਰਵਾ ਲੈਂਦੇ ਆ, ਡੇਲੀ ਇਹਦੀ ਆਪਾਂ ਨੂੰ ਮਾਤਰਾ ਕਿੰਨੀ ਦੇਣੀ ਚਾਹੀਦੀ ਹੈ ਜੀ? ਜਿਹੜਾ ਵੱਡਾ ਜਾਨਵਰ ਹੈ ਜੀ ਉਹਨੂੰ ਤਾਂ ਆਪਾਂ ਇਹ ਮਤਲਬ ਵੀ 1.5 ਕਿਲੋ ਸਵੇਰੇ, 1.5 ਦੁਪਹਿਰੇ ਤੇ 1.5 ਸ਼ਾਮ ਨੂੰ ਪਾ ਸਕਦੇ ਹਾਂ ਜੀ, 4.5 ਕਿਲੋ ਜੀ। ਅੱਛਾ ਜੀ। ਤੇ ਜਿਹੜਾ ਮਤਲਬ ਜਿਵੇਂ ਘੋੜਾ ਆ ਜਾਂਦਾ ਜੀ ਉਹਨੂੰ ਆਪਾਂ 6 ਕਿਲੋ ਪਾ ਸਕਦੇ ਹਾਂ। ਅੱਛਾ ਜੀ। ਤੇ ਬੱਚਿਆਂ ਨੂੰ ਆਪਾਂ ਅੱਧਾ ਕਿਲੋ ਤੋਂ ਸਟਾਰਟ ਕਰ ਸਕਦੇ ਹਾਂ ਜੀ, ਤੇ ਕਿਲੋ 1.5 ਕਿਲੋ ਤੱਕ ਪਾ ਸਕਦੇ ਹਾਂ, 2 ਕਿਲੋ ਵੀ ਪਾ ਸਕਦੇ ਹਾਂ ਬੱਚੇ ਦੇ ਹਿਸਾਬ ਨਾਲ ਪੈਂਦੀ ਹੈ। ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਫੀਡ ਆਪਾਂ ਇਹੀ ਦੇ ਸਕਦੇ ਹਾਂ ਵੱਡੇ ਛੋਟੇ ਜਾਨਵਰਾਂ ਨੂੰ, ਪਰ ਮਾਤਰਾ ਘਟਾ ਵਧਾ ਸਕਦੇ ਹਾਂ। ਕੋਈ ਚੱਕਰ ਵਾਲੀ ਗੱਲ ਨਹੀਂ, ਉਹ ਮਾਤਰਾ ਆਪਾਂ ਵਧਾ ਘਟਾ ਸਕਦੇ ਹਾਂ। ਅੱਛਾ ਜੀ। ਹਾਂਜੀ। ਠੀਕ ਹੈ। ਤੇ ਡਾਕਟਰ ਸਾਹਿਬ ਜਿਵੇਂ ਗੱਭਣ ਘੋੜੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਜਦੋਂ ਘੋੜੀ ਪ੍ਰੈਗਨੈਂਟ ਹੋ ਜਾਂਦੀ ਆ ਉਸ ਤੋਂ ਬਾਅਦ ਉਹਦੀ ਕੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ, ਧਿਆਨ ਦੇਣ ਜੋ ਗੱਲਾਂ ਕਿਹੜੀਆਂ ਨੇ ਜਿਹੜੀਆਂ ਆਪਾਂ ਜਾਨਵਰ ਦੇ ਵਿੱਚ ਰੱਖਣੀਆਂ ਨੇ? ਧਿਆਨ ਜੋ ਗੱਲਾਂ ਦਾ ਬਾਈ, ਪਹਿਲੀ ਤਾਂ ਗੱਲ ਇਹ ਹੈ ਵੀ ਘੋੜੀ ਜਦੋਂ ਵੀ ਆਪਾਂ ਮੇਟ ਕਰਾਉਣੇ ਆ ਜੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾ ਕੇ ਮੇਟ ਕਰਾਉਣੀ ਚਾਹੀਦੀ ਹੈ। ਹਾਂਜੀ। ਦੂਜੇ ਨੰਬਰ ਤੇ ਪਹਿਲਾਂ ਜੇ ਆਪਾਂ 20 ਦਿਨਾਂ ਦੀ ਵੀ ਕਿਸੇ ਤੋਂ ਚੈੱਕ ਕਰਾਉਣੇ ਆ ਜਾਂ 2 ਮਹੀਨਿਆਂ ਦੀ, 1.5 ਮਹੀਨੇ ਦੀ ਵੀ ਚੈੱਕ ਕਰਾਉਣੇ ਆ ਤਾਂ ਇੱਕ ਵਾਰ ਉਹਨੂੰ ਦੁਬਾਰੇ ਫਿਰ ਚੈੱਕ ਕਰਵਾਉਣਾ ਜ਼ਰੂਰੀ ਹੁੰਦਾ ਹੈ। ਅੱਛਾ ਜੀ। ਮੰਨ ਲਾ ਜਿਵੇਂ 20 ਦਿਨਾਂ ਦੀ ਚੈੱਕ ਕਰਾ ਲਈ, ਉਸ ਤੋਂ ਬਾਅਦ ਤੁਸੀਂ ਰਿਪੀਟ ਉਹਨੂੰ 3 ਮਹੀਨਿਆਂ ਬਾਅਦ ਦੁਬਾਰੇ ਚੈੱਕ ਜ਼ਰੂਰ ਕਰਾਓ ਜੀ। ਅੱਛਾ ਜੀ। ਹਾਂ, ਕਈ ਵਾਰ ਕੋਈ ਉਨੀਕੀ ਹੋ ਜਾਂਦਾ ਜੀ, ਕੋਈ ਘੋੜੀ ਬੱਚਾ ਸਿੱਟ ਗਈ, ਕੋਈ ਮਾੜਾ ਮੋਟਾ ਇੰਤੂ ਪ੍ਰੰਤੂ ਇੱਧਰ ਉੱਧਰ ਹੋ ਗਿਆ ਜੀ, ਤੇ ਕੋਈ ਨਹੀਂ ਜੱਜਮੈਂਟ ਲੱਗੀ ਕਿਸੇ ਨੂੰ, ਤੇ ਉਹਦੇ ਕਰਕੇ ਫਿਰ ਕਈ ਬਾਈਆਂ ਦਾ ਨੁਕਸਾਨ ਹੋ ਜਾਂਦਾ ਜੀ। ਤੇ ਉਹ ਅਗਲਾ ਇੰਤਜ਼ਾਰ ਕਰਦਾ ਰਹਿੰਦਾ ਸਾਲ ਬਾਅਦ, ਫਿਰ ਮੁੜ ਕੇ ਉਸ ਪੱਲੇ ਨਹੀਂ ਪੈਂਦਾ ਜੀ। ਇਸ ਕਰਕੇ ਘੋੜੀ 2 ਵਾਰ ਜ਼ਰੂਰ ਚੈੱਕ ਕਰਾਉਣੀ ਚਾਹੀਦੀ ਹੈ ਜੀ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਡਾਕਟਰ ਸਾਹਿਬ ਇੱਕ ਸਾਨੂੰ ਇਹ ਦੱਸੋ ਜੀ, ਆਮ ਤੌਰ ਤੇ ਹੀ ਕਈ ਬੰਦੇ ਸਵਾਲ ਪੁੱਛ ਲੈਂਦੇ ਆ ਵੀ ਸਿਲੇ ਦੇ ਵਿੱਚ ਘੋੜੀ ਮਿਲਾਉਣੀ ਚਾਹੀਦੀ ਹੈ ਜਾਂ ਨਹੀਂ ਮਿਲਾਉਣੀ ਚਾਹੀਦੀ ਜੀ? ਇਹ ਤਾਂ ਘੋੜੀ ਦੇਖ ਕੇ ਪਤਾ ਚੱਲਦਾ ਜੀ, ਮਤਲਬ ਜੇ ਤਾਂ ਚੰਗੀ ਘੋੜੀ ਹੈ, ਚੰਗੀ ਗਰੋਥ ਆ ਉਹਦੀ, ਠੀਕ ਹੈ ਜੀ, ਉਹਨੂੰ ਕੋਈ ਮਤਲਬ ਸੂਏ ਦਾ ਪਤਾ ਹੀ ਨਹੀਂ ਲੱਗਿਆ ਵੀ ਮੇਰੀ ਘੋੜੀ ਸੂਈ ਹੈ, ਚੰਗੀ ਖਾਦ ਖੁਰਾਕ ਹੈ, ਚੰਗੀ ਸਾਂਭ ਸੰਭਾਲ ਆ ਬੰਦੇ ਦੀ, ਫਿਰ ਤਾਂ ਮੇਟ ਕਰਾ ਦੇਣੀ ਚਾਹੀਦੀ ਹੈ ਜੀ, ਕੋਈ ਚੱਕਰ ਵਾਲੀ ਗੱਲ ਨਹੀਂ। ਜੇ ਬੰਦੇ ਦੀ ਘੋੜੀ ਟੁੱਟੀ ਪਈ ਹੈ ਜੀ, ਮਤਲਬ ਸਾਂਭ ਸੰਭਾਲ ਇੰਨੀ ਨਹੀਂ ਹੈਗੀ ਉਹਦੀ, ਉਹਨੇ ਇੱਕ ਪਹਿਲਾ ਬੱਚਾ ਹੀ ਮਸਾਂ ਦਿੱਤਾ ਤੇ ਉਹਨੂੰ ਅਗਲਾ ਬੱਚਾ ਉਹਦੇ ਤੋਂ ਮਤਲਬ 5-6 ਮਹੀਨੇ ਠਹਿਰ ਕੇ ਲੈਣਾ ਚਾਹੀਦਾ। ਅੱਛਾ ਜੀ। ਤੇ ਨਾਲ ਦੀ ਨਾਲ ਨਹੀਂ ਮੇਟ ਕਰਾਉਣੀ ਚਾਹੀਦੀ। ਉਹਦਾ ਘੋੜੀ ਦੀ ਕੰਡੀਸ਼ਨ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਇਹ ਮੇਟ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਠੀਕ ਹੈ ਜੀ। ਹਾਂਜੀ। ਤੇ ਜਿਹੜਾ ਬੱਚਾ ਵਿਛਾ ਜਾਂ ਬਛੇਰੀ ਹੁੰਦਾ ਜੀ ਘੋੜੀ ਦੇ ਮਗਰ, ਬਛੇਰਾ ਜਾਂ ਬਛੇਰੀ, ਉਹਨੂੰ ਆਪਾਂ ਕਿੰਨਾ ਕੁ ਟਾਈਮ ਤੱਕ ਦੁੱਧ ਜ਼ਰੂਰੀ ਹੈ ਜੀ ਵੀ ਇੰਨਾ ਟਾਈਮ ਆਪਾਂ ਘੋੜੀ ਦਾ ਦੁੱਧ ਪਿਆਉਣਾ ਹੀ ਹੈ ਜੀ ਲਾਜ਼ਮੀ? 6 ਮਹੀਨੇ ਘੱਟੋ ਘੱਟ ਪਿਲਾ ਸਕਦੇ। ਅੱਛਾ ਜੀ। ਹਾਂਜੀ। ਉਸ ਤੋਂ ਬਾਅਦ ਜੀ ਫਿਰ? ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਖਾਣਾ ਦੇਣਾ ਸ਼ੁਰੂ ਕਰੋ ਜੀ, ਤੇ ਉਹ ਆਪਦਾ ਖਾਣਾ ਖਾਣ ਲੱਗ ਜਾਂਦੇ। ਪਸ਼ੂ ਦਾ ਤਕਰੀਬਨ 15-20 ਦਿਨਾਂ ਦੇ ਬੱਚਾ ਖਾਣ ਲੱਗ ਜਾਂਦਾ, ਤੇ ਉਹਨੂੰ ਐਕਸਟਰਾ ਫੀਡ ਦੇ ਹਿਸਾਬ ਨਾਲ ਦੇ ਸਕਦੇ ਹਾਂ ਆਪਾਂ, ਜਿਵੇਂ ਕੋਈ ਫੀਡ ਬਣਾ ਕੇ ਦੇ ਦੀ ਹਲਕੀ ਫੁਲਕੀ, ਕੋਈ ਚੋਕਰ ਵਗੈਰਾ ਦੇਤਾ, ਕੋਈ ਮਤਲਬ ਦਲੀਆ ਵਗੈਰਾ ਦੇਤਾ ਉਹਨੂੰ ਪਕਾ ਕੇ, ਤੇ ਬਾਜਰੀ ਵਗੈਰਾ ਪਕਾ ਕੇ ਦੇ ਸਕਦੇ ਬੱਚਿਆਂ ਨੂੰ। ਅੱਛਾ। ਤੇ ਬਾਕੀ ਘੋੜੀ ਨੂੰ ਤਾਂ ਜੋ ਫੀਡ ਪੈਣੀ ਉਹ ਵੀ ਪੈਣੀ। ਕਈ ਵੀਰ ਏਦਾਂ ਕਰਦੇ ਆ ਜੀ, ਬਾਅਦ ਚ ਗਾਂ ਦਾ ਦੁੱਧ ਵੀ ਉਹਨੂੰ ਪਿਆਉਣ ਲੱਗ ਜਾਂਦੇ ਆ ਬੱਚੇ ਨੂੰ। ਨਹੀਂ ਵੇਖੋ ਜੀ, ਆਪਾਂ ਦੁੱਧ ਬਾਰੇ ਨਹੀਂ ਕਹਿ ਸਕਦੇ, ਕਿਉਂਕਿ ਦੁੱਧ ਘੋੜੇ, ਜਿਹੜਾ ਘੋੜਾ ਹੈ ਨਾ ਜੀ, ਉਹਦੇ ਵਾਸਤੇ ਦੁੱਧ ਬਣੇ ਨਹੀਂ ਅਸਲ। ਅੱਛਾ ਜੀ। ਬਾਕੀ ਆਪੋ ਆਪਦੀ ਸੋਚ ਹੈ ਸਾਰੇ ਬੰਦਿਆਂ ਦੀ, ਤੇ ਦੁੱਧ ਦੀ ਥਾਂ ਤੇ ਜੇ ਆਪਾਂ ਦਹੀਂ ਬਣਾ ਕੇ ਦੇਈਏ ਨਾ ਜੀ, ਉਹਦਾ ਜ਼ਿਆਦਾ ਆਪਾਂ ਨੂੰ ਬੈਨੀਫਿਟ ਮਿਲਦਾ। ਅੱਛਾ ਜੀ। ਹਾਂਜੀ, ਕਿਉਂਕਿ ਦਹੀਂ ਹੈ ਜਿਹੜੀ, ਦਹੀਂ ਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਆ ਜੀ। ਹਾਂਜੀ। ਦੁੱਧ ਦੇ ਵਿੱਚ 22 ਹੁੰਦੀ ਹੈ, ਦਹੀਂ ਦੇ ਵਿੱਚ 22 ਨਹੀਂ ਹੁੰਦੀ। ਤੇ ਦਹੀਂ ਦੇ ਵਿੱਚ ਆਪਾਂ ਕਾਲੀ ਮਿਰਚ ਪਾ ਕੇ ਆਪਾਂ ਚਾਹੇ 2 ਕਿਲੋ ਦਹੀਂ ਖਵਾ ਦਈਏ, ਆਪਾਂ ਨੂੰ ਉਹਦੇ ਨੁਕਸਾਨ ਨਹੀਂ ਹੁੰਦੇ, ਪੋਟਾ ਵਗੈਰਾ ਨਹੀਂ ਬਣਦੀਆਂ ਜੀ, ਜਿਵੇਂ ਦੁੱਧ ਨਾਲ ਬਣ ਜਾਂਦੀਆਂ, ਦਹੀਂ ਨਾਲ ਪੋਟਾ ਵਗੈਰਾ ਨਹੀਂ ਬਣਦੀਆਂ। ਜਿਹਨੂੰ ਆਪਾਂ ਰੇਸ਼ਾ ਵੀ ਕਹਿ ਦਿੰਦੇ ਹਾਂ, ਰੇਸ਼ਾ ਕਹਿ ਦਿੰਦੇ, ਜਿਵੇਂ ਉਹ ਕਹਿੰਦੇ ਕੱਚੀਆਂ ਭਰ ਗਈਆਂ ਜੀ, ਪੋਟਾਂ ਭਰ ਗਈਆਂ। ਅੱਛਾ ਜੀ। ਉਹ ਚੀਜ਼ਾਂ ਫਿਰ ਦਹੀਂ ਨਾਲ ਨਹੀਂ ਹੁੰਦੀਆਂ ਜੀ। ਹੁਣ ਅਸੀਂ ਤਾਂ ਤਕਰੀਬਨ ਜੇ ਕੋਈ ਜਾਨਵਰ ਪਾਲਦੇ ਆ, ਬਚਪਨ ਤੋਂ ਹੀ ਪਾਲਦੇ ਆਏ ਆ, ਅਸੀਂ ਦੁੱਧ ਨਹੀਂ ਪਿਲਾਉਂਦੇ। ਅੱਛਾ ਜੀ। ਦਹੀਂ ਖਵਾ ਦਿੰਦੇ ਆ, ਦੁੱਧ ਨਹੀਂ ਪਿਲਾਉਂਦੇ। ਉਹੀ ਦੁੱਧ ਦੀ ਦਹੀਂ ਬਣਾ ਦਿੰਦੇ ਆ ਸ਼ਾਮ ਨੂੰ, ਸਵੇਰੇ ਮਤਲਬ ਥੋੜਾ ਜਿਹਾ ਹਿਲਾ ਕੇ, ਜਿਵੇਂ ਅਦਰਕ ਰਿੜਕਾ ਕਹਿੰਦੇ ਆ ਸਿਆਣੇ ਬੰਦੇ, ਅਦਰਕ ਰਿੜਕਿਆ ਕਰਕੇ ਉਹਨੂੰ ਮਤਲਬ ਪਿਲਾ ਦਿੰਦੇ। ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਅੱਜ ਤੱਕ ਸਾਡੇ ਕਿਸੇ ਵੀ ਜਾਨਵਰ ਤੇ, ਕੋਈ ਕੱਚੀ ਨਹੀਂ ਹੋਈ। ਅੱਛਾ ਜੀ। ਕਦੇ ਵੀ ਕਿਸੇ ਦੇ ਪੋਟਾ ਨਹੀਂ ਭਰੀਆਂ। ਆਮ ਤੌਰ ਤੇ ਡਾਕਟਰ ਸਾਹਿਬ ਆਪਾਂ ਨੇ ਦੇਖਣ ਚ ਆਇਆ ਜੀ, ਜ਼ਿਆਦਾਤਰ ਘੋੜੀਆਂ ਦੀ ਮੌਤ ਦਰਦ ਦਾ ਕਾਰਨ ਬਣਦੀ ਹੈ, ਹਨਾ? ਹਾਂਜੀ।
ਤੇ ਇਹਦੇ ਵਾਸਤੇ ਆਪਾਂ ਨੂੰ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ, ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ ਆਪਣਾ ਕੋਈ ਜਾਨਵਰ ਨਾ ਨੁਕਸਾਨਿਆ ਜਾਵੇ? ਇਹਦੇ ਵਾਸਤੇ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਮਤਲਬ ਘੋੜਾ ਘੋੜੀ ਬੰਦਾ ਰੱਖਦਾ ਨੇ ਜੀ, ਉਹਨਾਂ ਨੂੰ ਉਹਦੇ ਡੀਵਰਮਿੰਗ ਦਾ ਖਾਸ ਧਿਆਨ ਰੱਖਣਾ ਚਾਹੀਦਾ। ਅੱਛਾ ਜੀ। ਜਦੋਂ ਆਪਾਂ ਡੀਵਰਮਿੰਗ 'ਚ ਥੋੜਾ ਇੰਤੂ ਪ੍ਰੰਤੂ ਹੋ ਜਾਂਦਾ ਨਾ ਪਸ਼ੂਆਂ ਦੇ, ਮੈਂ 3 ਮਹੀਨਿਆਂ ਬਾਅਦ ਡੀਵਰਮਿੰਗ ਕਰਨੀ ਹੀ ਚਾਹੀਦੀ ਹੈ। ਜਦੋਂ ਆਪਾਂ ਨਹੀਂ ਕਰਦੇ ਉਹਦੇ 'ਚ ਬਰਮ ਬਣ ਜਾਂਦੇ ਆ ਜੀ, ਤੇ ਕਈ ਤਰ੍ਹਾਂ ਦੇ ਮਲਾਪ ਹੁੰਦੇ ਆ, ਪੰਜਾਬੀ 'ਚ ਕਹਿ ਦਿੰਦੇ ਆ, ਤੇ ਉਹ ਪੇਟ ਦੇ ਵਿੱਚ ਆਂਤ ਦੇ ਵਿੱਚ ਬਦਲ ਬਣ ਜਾਂਦੇ ਆ। ਜਦੋਂ ਕੋਈ ਉਹਨਾਂ ਦੇ ਜਿਵੇਂ ਹੁਣ ਆਪਾਂ ਪਸ਼ੂ ਅੱਜ ਕੱਲ੍ਹ ਨਮਾਉਣ ਲੱਗ ਜਾਂਦੇ ਆ ਲੋਕ ਜ਼ਿਆਦਾ, ਤੇ ਉਹਦੇ ਚਿੱਚੜਾਂ ਵਗੈਰਾ ਦੀ ਨਾ ਦਵਾਈ ਲਾਉਣ ਲੱਗ ਜਾਂਦੇ ਆ। ਉਹ ਦਵਾਈ ਲਾਉਣ ਨਾਲ ਵੀ ਜਿਹੜੇ ਅੰਦਰ ਮਲਾਪਾ ਨਾ ਜੋ ਮਰ ਜਾਂਦੇ ਆ। ਉਹਦੇ ਨਾਲ ਵੀ ਮੈਂ ਤਕਰੀਬਨ ਕਈ ਪਸ਼ੂ ਇਹੋ ਜਿਹੇ ਦੇਖਿਆ ਜਿਹਨੂੰ ਮਤਲਬ ਬੰਨ ਪੈ ਜਾਂਦਾ। ਜਦੋਂ ਮਲਾਪ ਅੰਦਰ ਮਰ ਗਏ ਤੇ ਉਹ ਅੰਦਰ ਰੁਕਣ ਕਰਕੇ ਤੇ ਬੰਨ ਪੈ ਜਾਂਦਾ ਜੀ, ਉਹਦੇ ਨਾਲ ਵੀ ਪਸ਼ੂਆਂ ਦਾ ਨੁਕਸਾਨ ਹੋ ਜਾਂਦਾ। 3-4 ਪਸ਼ੂ ਮੇਰੀ ਨਿਗਾਹ 'ਚ ਹੈ ਜਿਨ੍ਹਾਂ ਦੇ ਦਵਾਈ ਲਾ ਦਈਏ ਤੇ ਉਹਨਾਂ ਨੂੰ ਉਹਦੀ ਬੰਨ ਪੈ ਜਾਂਦਾ। ਵੀ ਉਹ ਦਵਾਈ ਦਾ ਵੀ ਮਾੜਾ ਜਿਹਾ ਪਰਹੇਜ਼ ਰੱਖ ਕੇ ਕੋਈ ਸਿਸਟਮ ਨਾਲ ਲਾਉਣੀ ਚਾਹੀਦੀ ਹੈ, ਜਾਂ ਹਲਕੀ ਫੁਲਕੀ ਲਾਉਣੀ ਚਾਹੀਦੀ ਹੈ, ਜਾਂ ਪਸ਼ੂ ਦੀ ਪਹਿਲਾਂ ਡੀਵਰਮਿੰਗ ਹੋਣੀ ਚਾਹੀਦੀ ਹੈ, ਫਿਰ ਉਹਦੇ ਮਤਲਬ ਆਪਾਂ ਦਵਾਈ ਵੀ ਲਾ ਸਕਦੇ ਹਾਂ। ਜੇ ਆਪਾਂ ਪਸ਼ੂ ਦੀ ਡੀਵਰਮਿੰਗ ਨਹੀਂ ਕਰਾਈ ਤੇ ਆਪਾਂ ਉਹਦੇ ਦਵਾਈ ਲਾਉਣੇ ਆ, ਉਹ ਵੀ ਨੁਕਸਾਨਦਾਇਕ ਹੈ ਪਹਿਲੇ ਨੰਬਰ ਤੇ ਤਾਂ। ਦੂਜੇ ਨੰਬਰ ਤੇ ਜੀ ਜਿਵੇਂ ਹੁਣ ਤੂੜੀ ਵਗੈਰਾ ਪਾਉਂਦੇ ਆ, ਕੋਈ ਵੈਸੇ ਤਾਂ ਤੂੜੀ ਲੋਕ ਕਹਿੰਦੇ ਵੀ ਨਹੀਂ ਪਾਉਣੀ ਚਾਹੀਦੀ, ਪਰ ਆਪਣੇ ਪੰਜਾਬ 'ਚ ਤੂੜੀ ਬਿਨਾਂ ਕੁਛ ਹੈ ਵੀ ਨਹੀਂ ਪਾਉਣਾ। ਠੀਕ ਹੈ ਨਾ। ਇਹ ਰਾਜਸਥਾਨ 'ਚ ਤਾਂ ਆਪਾਂ ਕਹਿੰਦੇ ਜੀ ਕੜਪ ਪਾਤੀ ਉਹਨਾਂ ਨੇ ਮੂੰਗਫਲੀ ਦਾ ਨੀਰਾ ਪਾਤਾ। ਆਪਣੇ ਤਾਂ ਤਕਰੀਬਨ ਪੰਜਾਬ ਦੇ ਵਿੱਚ ਤਾਂ ਤੂੜੀ ਆ, ਤੇ ਹਿੰਦੀ 'ਚ ਭੂਸਾ ਕਹਿ ਦਿੰਦੇ ਇਹਨੂੰ। ਤੇ ਆਪਣੇ ਤਾਂ ਮਤਲਬ ਤੂੜੀ ਪਾਉਣੇ ਆ ਆਪਾਂ ਤਾਂ। ਤੂੜੀ ਜਿਵੇਂ ਗਰਮੀ ਆ, ਹੁਣ ਇਹਨੂੰ ਗਰਮੀ 'ਚ ਆਪਾਂ ਭਿਉਂ ਕੇ ਪਾ ਸਕਦੇ ਹਾਂ, ਭਿਉਂ ਦਿਓ, ਸੁਕਾ ਲਓ, ਫੇਰ ਪਾਓ। ਜਿਵੇਂ ਹੁਣ ਅੱਜ ਕੱਲ੍ਹ ਨਵੀਂ ਤੂੜੀ ਆਊਗੀ, ਹੁਣ ਰੁੱਤ ਹੈ, ਹੁਣ ਨਵੀਂ ਤੂੜੀ ਆਊਗੀ, ਇਹਦੇ 'ਚ ਨਾ ਪਸ਼ੂਆਂ ਦੇ ਜਦੋਂ ਨਵੀਂ ਤੂੜੀ ਪਾਤੀ, ਹੁਣ ਸਾਨੂੰ ਤਕਰੀਬਨ ਹੁਣੇ ਫੋਨ ਆਉਣ ਲੱਗ ਜਾਣਗੇ ਜੇ ਸਾਡੇ ਦਰਦ ਹੋਣ ਲੱਗ ਗਿਆ ਜੀ ਅਸੀਂ ਨਵੀਂ ਤੂੜੀ ਪਾਈ ਸੀ। ਉਹ ਜਿਹੜੇ ਬੰਦੇ ਨਵੀਂ ਤੂੜੀ ਪਾਉਂਦੇ ਆ, ਖਾਸ ਧਿਆਨ ਰੱਖਣ ਵਾਲੀ ਗੱਲ ਹੈ, ਜਿਹੜੇ ਬੰਦੇ ਹੁਣ ਨਵੀਂ ਤੂੜੀ ਪਾਉਣਗੇ ਉਹ ਨਵੀਂ ਤੂੜੀ ਗਿੱਲੀ ਕਰਕੇ ਭਿਉਂ ਕੇ ਸੁਕਾ ਕੇ ਹੀ ਪਾਉਣ। ਉਹਦੇ 'ਚ ਜਿਹੜਾ ਫੀਡ ਹੈ ਉਹ ਆਪਾਂ ਸੁੱਕੀ ਪਾ ਸਕਦੇ ਹਾਂ, ਤੇ ਤੂੜੀ ਆਪਾਂ ਗਿੱਲੀ ਕਰ ਸਕਦੇ ਹਾਂ। ਉਹਦੇ ਨਾਲ ਕਿਸੇ ਵੀ ਪਸ਼ੂ ਨੂੰ ਕੋਈ ਵੀ ਦਰਦ ਦੀ ਸ਼ਿਕਾਇਤ ਨਹੀਂ ਹੁੰਦੀ। ਇੱਕ ਪਾਣੀ ਦੀ ਕਮੀ ਨਹੀਂ ਹੁੰਦੀ, ਪਿਆਸ ਨਹੀਂ ਲੱਗਦੀ ਉਹਦੇ ਨਾਲ ਜ਼ਿਆਦਾ। ਤੇ ਤੂੜੀ ਗਿੱਲੀ ਹੁੰਦੀ ਹੈ, ਹਜਮ ਕਰਨ 'ਚ ਮਤਲਬ ਉਹਨੂੰ ਜ਼ਿਆਦਾ ਮਦਦ ਮਿਲਦੀ ਹੈ, ਜਾਨਵਰ ਨਰਮ ਵੀ ਹੋ ਜਾਂਦੀ ਹੈ, ਨਰਮ ਹੋ ਜਾਂਦੀ, ਗਲ ਜਾਂਦੀ ਹੈ ਤਕਰੀਬਨ, ਕਿਉਂਕਿ ਇਹ ਫਾਈਬਰ ਹੁੰਦੀ ਹੈ ਇੱਕ ਤਰ੍ਹਾਂ ਦੀ। ਫਾਈਬਰ ਨੂੰ ਗਾਲਣ ਵਾਸਤੇ ਬੜਾ ਸਮਾਂ ਲੱਗਦਾ, ਲੀਵਰ ਦਾ ਬੜਾ ਜ਼ੋਰ ਲੱਗਦਾ। ਜੇ ਆਪਾਂ ਉਹਨੂੰ ਗਾਲ ਕੇ ਹੀ ਪਾਈਏ ਤਾਂ ਮਤਲਬ ਉਹਨੂੰ ਘੱਟ ਸਮਾਂ ਲੱਗਦਾ, ਜ਼ੋਰ ਘੱਟ ਲੱਗਦਾ ਉਹਦਾ ਖਾਣ ਪੀਣ, ਠੀਕ ਹੈ ਜੀ, ਹਜਮ ਕਰਨ ਤੇ ਐਂ ਕਹਿ ਸਕਦੇ ਹਾਂ ਆਪਾਂ। ਤੇ ਉਹਦੇ ਨਾਲ ਵੀ ਵਧੀਆ ਚੀਜ਼ ਹੈ ਜੀ। ਬਾਕੀ ਰੇਤੇ ਮਿੱਟੀ ਤੋਂ ਪਰਹੇਜ਼ ਰੱਖਣਾ ਚਾਹੀਦਾ ਜੀ, ਮੇਨ ਤਾਂ ਇਹੀ ਹੈ। ਜੇ ਕਦੇ ਮੰਨ ਲਾ ਬੰਨ ਵਗੈਰਾ ਪੈਂਦਾ ਤਾਂ ਉਹਨੂੰ ਸਭ ਤੋਂ ਪਹਿਲਾਂ ਪਸ਼ੂ ਨੂੰ ਨੀਰਾ ਬੰਦ ਕਰ ਦੇਣਾ ਚਾਹੀਦਾ ਜੀ। ਬੰਦੇ ਨੂੰ ਜੇ ਕਿਤੇ ਦਰਦ ਹੁੰਦਾ ਨਾ, ਉਹਨੂੰ ਐਂ ਲੱਗੇ ਵੀ ਦਰਦ ਹੋ ਰਿਹਾ, ਤੇ ਉਹਦਾ ਨੀਰਾ ਚਾਰਾ ਚੱਕ ਦੇਣਾ ਚਾਹੀਦਾ ਜੀ ਪਸ਼ੂ ਦਾ। ਉਸ ਤੋਂ ਬਾਅਦ ਉਹਦੇ ਇੰਜੈਕਸ਼ਨ ਲਾਓ, ਕੋਈ ਨਿਊਪ੍ਰੋਫਨ, ਮੈਗਲੋਡਾਈਨ, ਬੜੇ ਤਰ੍ਹਾਂ ਦੇ ਇੰਜੈਕਸ਼ਨ ਆਉਂਦੇ ਆ। ਮੋਰਗਨ ਹਿੰਦੀ ਇੱਧਰ ਮਤਲਬ ਰਾਜਸਥਾਨ 'ਚ ਮੋਰਗਨ ਦਾ ਨਾਂ ਚੱਲਦਾ ਇੱਕ ਇੰਜੈਕਸ਼ਨ ਦਾ। ਆਪਣੇ ਮੈਗਲੋਡਾਈਨ ਹੈ, ਨਿਊਪ੍ਰੋਫਨ ਜ਼ਿਆਦਾ ਲਾਉਂਦੇ ਲੋਕ, ਤੇ ਇਹ ਇੰਜੈਕਸ਼ਨ ਲਾ ਦੇਣਾ ਚਾਹੀਦਾ ਜੀ। 15 ml ਲੱਗ ਜਾਂਦਾ ਜੀ, ਕੋਈ 10 ਲੱਗ ਜਾਂਦਾ, ਬੱਚੇ ਦੇ ਹਿਸਾਬ ਨਾਲ, ਡੋਜ਼ ਦੇ ਹਿਸਾਬ ਨਾਲ। ਜੇ ਕੋਈ ਕਿਸੇ ਨੂੰ ਲੋੜ ਪੈਂਦੀ ਤਾਂ ਫੋਨ ਕਰਕੇ ਪੁੱਛ ਸਕਦਾ। ਠੀਕ ਹੈ ਜੀ। ਤੇ ਬਾਕੀ ਉਹ ਲਾ ਕੇ ਇੰਜੈਕਸ਼ਨ, ਉਸ ਤੋਂ ਬਾਅਦ ਪਸ਼ੂ ਨੂੰ ਰੈਸਟ ਕਰਾਉਣੀ ਚਾਹੀਦੀ ਹੈ, ਤੋਰਾ ਫੇਰਾ ਕਰਾਉਣਾ ਚਾਹੀਦਾ। ਤੋਰਾ ਫੇਰਾ ਕਰਾਉਣ ਤੋਂ ਬਾਅਦ ਮਤਲਬ ਬੰਨ੍ਹ ਦੇਣਾ ਚਾਹੀਦਾ ਪਸ਼ੂ, ਜਾਂ ਖੁੱਲ੍ਹਾ ਛੱਡ ਦੇਣਾ ਚਾਹੀਦਾ। ਉਹਦੇ ਧਿਆਨ ਰੱਖਣਾ ਚਾਹੀਦਾ ਵੀ ਇਹ ਲਿੱਦ ਕਰਦਾ ਹੈ ਜਾਂ ਨਹੀਂ ਕਰਦਾ, ਜਿਹਨੇ ਪਿਸ਼ਾਬ ਕਰਿਆ ਜਾਂ ਨਹੀਂ ਕਰਿਆ। ਇਹਨਾਂ ਚੀਜ਼ਾਂ ਨੂੰ ਨੋਟ ਕਰਕੇ ਕਿਸੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇ ਤੁਹਾਡਾ ਪਸ਼ੂ ਨਾਰਮਲ ਹੋ ਗਿਆ ਜੀ, ਇੱਕ ਦਿਨ ਉਹਨੂੰ ਖਾਣ ਨੂੰ ਕੁਛ ਨਾ ਦਿਓ, ਅਗਲੇ ਦਿਨ ਦੇ ਦਿਓ। ਜੇ ਤੁਹਾਡਾ ਪਸ਼ੂ ਨਹੀਂ ਨਾਰਮਲ ਹੁੰਦਾ, ਤੁਹਾਨੂੰ ਐਂ ਲੱਗਦਾ ਵੀ ਯਾਰ ਹਜੇ ਤੱਕ ਇਹ ਦਰਦ ਮੰਨ ਰਿਹਾ, ਤਾਂ ਕਿਸੇ ਨਾ ਕਿਸੇ ਡਾਕਟਰ ਨਾਲ ਵੀ ਕੰਟੈਕਟ ਕਰੋ, ਤੇ ਉਹਨੂੰ ਬੁਲਾਓ, ਤੇ ਉਹਨੂੰ ਕੋਈ ਲਿਕੁਇਡ ਪੈਰਾਫਿਨ, ਕੋਲ ਵਗੈਰਾ ਉਹਨੂੰ ਦਵਾ ਦਿਓ ਵੀ ਉਹਦਾ ਕੋਈ ਆਪਾਂ ਨੂੰ ਨੁਕਸਾਨ ਨਹੀਂ, ਫਾਇਦਾ ਹੀ ਕਰੂਗਾ। ਜੇ ਕੋਈ ਆਪਾਂ ਨੂੰ ਬੰਨ ਦੀ ਸ਼ਿਕਾਇਤ ਲੱਗਦੀ ਹੈ, ਜੇ ਤਾਂ ਪਿਸ਼ਾਬ ਦੀ ਮਤਲਬ ਸ਼ਿਕਾਇਤ ਲੱਗਦੀ ਹੈ, ਪਿਸ਼ਾਬ ਦਾ ਬੰਨ ਤਾਂ ਪਸ਼ੂ ਲੱਭਾ ਹੁੰਦਾ ਹੈ, ਤੇ ਅੰਗੜਾਈਆਂ ਲੈਂਦਾ ਹੈ। ਤੇ ਜੇ ਲਿੱਦਦੀ ਹੈ ਤਾਂ ਪਸ਼ੂ ਜ਼ਿਆਦਾ ਬਹਿੰਦਾ ਜ਼ਿਆਦਾ ਹੈ, ਤੇ ਕੰਗਰੋੜ ਖੜੀ ਹੋ ਜਾਂਦੀ ਹੈ ਉੱਪਰ। ਧਿਆਨ ਦੇਣ ਯੋਗ ਗੱਲਾਂ ਇਹ ਵੀ ਤੁਸੀਂ ਚੈੱਕ ਕਰੋ ਵੀ ਤੁਹਾਡੀ ਕੰਗਰੋੜ ਤਾਂ ਨਹੀਂ ਉੱਚੀ ਹੋਈ ਹੈ। ਜੇ ਕੰਗਰੋੜ ਤੁਹਾਨੂੰ ਐਂ ਲੱਗਦਾ ਵੀ ਉੱਚੀ ਹੋ ਗਈ, ਪਿੱਛੋਂ ਹੀ ਉੱਚੀ ਹੁੰਦੀ ਹੈ ਪੁੜੇ ਦੇ, ਤੇ ਮਤਲਬ ਬੈਠਣ ਵਾਲੇ ਥਾਂ ਤੋਂ ਪਿੱਛੇ ਜਿੱਥੇ ਆਪਾਂ ਬਹਿਨੇ ਹੁੰਦੇ ਹਾਂ, ਉਹ ਥੋੜਾ ਜਿਹਾ ਉੱਚਾ ਹੋ ਜਾਂਦਾ। ਉਹ ਤਕਰੀਬਨ ਜਦੋਂ ਬੰਨ ਪੈਂਦਾ ਲਿੱਦ ਦਾ, ਉਦੋਂ ਪਸ਼ੂ ਦੀ ਉਹ ਕੰਗਰੋੜ ਉੱਚੀ ਹੋ ਜਾਂਦੀ, ਇੱਕ ਦਿਨ 'ਚ ਹੀ ਹੋ ਜਾਂਦੀ ਹੈ। ਉਹ ਚੀਜ਼ ਨੋਟ ਕਰਕੇ ਕਿਸੇ ਡਾਕਟਰ ਨਾਲ ਸਲਾਹ ਕਰਕੇ ਉਹਨੂੰ ਦਵਾਈ ਵਗੈਰਾ ਲਗਾਉਣੀ ਚਾਹੀਦੀ ਹੈ। ਜੇ ਪਿਸ਼ਾਬ ਦੀ ਰੁਕਾਵਟ ਹੈ ਤਾਂ ਡ੍ਰਿਪ ਵਗੈਰਾ ਲਗਾਉਣੀ ਚਾਹੀਦੀ ਕਿਸੇ ਡਾਕਟਰ ਨੂੰ ਬੁਲਾ ਕੇ, ਵਧੀਆ ਜਿਹੜਾ ਬੰਦਾ ਜਾਣਕਾਰ ਹੋਵੇ। ਹਾਂ, ਤੇ ਇੱਕ ਆਪਣੇ ਆਮ ਹੀ ਗੱਲ ਹੈ ਜੀ ਵੀ ਲਾਰਸੈਕਸ ਇੰਜੈਕਸ਼ਨ ਲਾ ਦਿਓ। ਵੀ ਲਾਰਸੈਕਸ ਇੰਜੈਕਸ਼ਨ ਨਹੀਂ ਲਾਉਣਾ ਚਾਹੀਦਾ ਜੀ ਘੋੜੇ। ਹਾਂ, ਉਹ ਲਾਰਸੈਕਸ ਜੇ ਇੰਜੈਕਸ਼ਨ ਲਾਉਣਾ ਹੈ ਨਾ ਤਾਂ ਕਿਸੇ ਡਾਕਟਰ ਨੂੰ ਬੁਲਾ ਕੇ ਡ੍ਰਿਪ ਦੇ ਵਿੱਚ ਪਾ ਕੇ ਲਾਓ, ਊਂ ਨਾ ਲਾਓ। ਊਂ ਵੀ ਉਹ ਨੁਕਸਾਨਦਾਇਕ ਹੈ, ਕਿਉਂਕਿ ਸਾਰੇ ਸਰੀਰ ਦਾ ਪਾਣੀ ਮਤਲਬ ਖਤਮ ਕਰ ਦਿੰਦਾ। ਡਾਕਟਰ ਸਾਹਿਬ, ਜੇ ਆਪਾਂ ਨੂੰ ਇਹਨਾਂ ਕਾਰਨਾਂ ਦਾ ਪਤਾ ਚੱਲਦਾ ਵੀ ਹਾਂ ਯਾਰ ਲਿੱਦ ਦਾ ਬੰਨ੍ਹ ਜਾਂ ਪਿਸ਼ਾਬ ਦਾ ਬੰਨ੍ਹ,
ਤਾਂ ਮੇਨ ਤੁਸੀਂ ਇੱਕ ਐਮਰਜੈਂਸੀ ਕੋਈ ਇੰਜੈਕਸ਼ਨ ਕਿਹੜਾ ਮੇਨ ਮੰਨਦੇ ਹੋ ਵੀ ਆਪਾਂ ਨੂੰ ਆਮ ਆਪਣੇ ਘਰਾਂ 'ਚ ਰੱਖਣਾ ਚਾਹੀਦਾ, ਜਿਹਦੇ ਨਾਲ ਕਾਫੀ ਹੱਦ ਤੱਕ ਜੇ ਡਾਕਟਰੀ ਸਹੂਲਤ ਆਪਣੇ ਨੇੜੇ ਨਾ ਹੋਵੇ ਤਾਂ ਫਾਇਦਾ ਹੋ ਜਾਂਦਾ? ਆਪਾਂ ਨੂੰ ਇੰਜੈਕਸ਼ਨ ਜ਼ਿਆਦਾ ਨਿਊਪ੍ਰੋਫਿਨ ਲਿਆ ਕੇ ਰੱਖਣਾ ਚਾਹੀਦਾ ਜੀ, ਜਾਂ ਮੈਗਲੋਡਾਈਨ ਲਿਆ ਕੇ ਰੱਖਣਾ ਚਾਹੀਦਾ ਜੀ। ਇਹਨਾਂ ਦੋਨਾਂ ਇੰਜੈਕਸ਼ਨਾਂ ਦੇ ਵਿੱਚ ਆਪਾਂ ਇੰਜੈਕਸ਼ਨ ਲਿਆ ਸਕਦੇ ਹਾਂ। ਇਹ ਵੀ ਇੱਕ ਪੇਨ ਕਿਲਰ ਹੈ ਜੀ, ਅੱਛਾ ਜੀ। ਦਰਦ ਰੋਕ ਸਕਦੇ ਆ ਇਹ। ਲਿੱਦ ਤੇ ਪਿਸ਼ਾਬ ਦੇ ਵਿੱਚ ਇਹ ਕੋਈ ਮਦਦ ਨਹੀਂ ਕਰ ਸਕਦੇ। ਅੱਛਾ ਜੀ। ਜੇ ਮੰਨ ਲਓ ਵੀ ਨਾਰਮਲ ਦਰਦ ਨਾਲ ਮਤਲਬ ਕੋਈ ਬੰਨ ਵਗੈਰਾ ਮਾੜਾ ਮੋਟਾ 19 21 ਤਾਂ ਸੈੱਟ ਹੋ ਜਾਂਦਾ ਹਾਂ, ਵੀ ਮਾੜਾ ਮੋਟਾ ਖਾਣ ਪੀਣ ਨਾਲ ਹੋ ਗਿਆ। ਤੇ ਜਿਹੜਾ ਬੰਨ ਦਾ ਇਲਾਜ ਹੈ ਉਹ ਤਾਂ ਫਿਰ ਕੋਈ ਡਾਕਟਰ ਹੀ ਕਰੂਗਾ ਜੀ। ਅੱਛਾ ਜੀ। ਹਾਂ, ਮਤਲਬ ਲਿਕੁਇਡ ਪੈਰਾਫਿਨ ਜੇ ਕੋਈ ਦੇ ਸਕਦਾ ਤਾਂ ਉਹ ਦਵਾ ਦਿਓ ਜੀ। ਤੇ ਬਾਕੀ ਕੋਲ ਵਗੈਰਾ ਆਉਂਦਾ ਜੀ, ਕੋਲ ਐਲ ਆਉਂਦਾ, ਹੋਰ ਵੀ ਬਹੁਤ ਸਾਰੇ ਸਾਲਟ ਆਉਂਦੇ ਆ ਤੇ ਉਹ ਦੇ ਸਕਦੇ ਆ। ਤੇ ਬਾਕੀ ਜੇ ਜਮਾ ਹੀ ਨਾਰਮਲ ਕੰਮ ਕਰਨਾ ਤਾਂ ਆਪਾਂ ਚੋਕਰ ਚ ਲਾ ਕੇ ਮਾੜਾ ਮੋਟਾ ਸਰੋਂ ਦਾ ਤੇਲ ਦੇ ਸਕਦੇ ਆ, ਘਿਓ ਦੇ ਸਕਦੇ ਆ ਦੇਸੀ, ਦੁੱਧ ਦੇ ਵਿੱਚ ਘਿਓ ਫੈਂਟ ਕੇ ਦੇ ਸਕਦੇ ਆ, ਤੇ ਗੁੜ ਘੋਲ ਕੇ ਦੇ ਸਕਦੇ ਆ। ਜੇ ਕੋਈ ਬੰਦੇ ਦੀ ਪਹੁੰਚ ਹੀ ਹੈ ਨਹੀਂ ਸੀ ਡਾਕਟਰ ਕੋਲੇ ਜਾਣ ਦੀ, ਜਾਂ ਕੋਈ ਰਾਤ ਬਰਾਤੇ ਨਹੀਂ ਆਉਂਦਾ ਕੋਈ, ਤਾਂ ਇਹੋ ਜਿਹੀਆਂ ਚੀਜ਼ਾਂ ਆਪਾਂ ਜਿਹੜੇ ਘਰੇਲੂ ਨੁਸਖੇ ਹੁੰਦੇ ਆ, ਕੋਈ ਚੂਰਨ ਪਿਆ ਆਪਣੇ ਕੋਲੇ ਪੁਰਾਣਾ, ਉਹ ਦੇ ਸਕਦੇ ਆ। ਠੀਕ ਹੈ ਜੀ। ਡਾਕਟਰ ਸਾਹਿਬ, ਇੱਕ ਜਿਹੜੀ ਸਰਾਂ ਦੀ ਬਿਮਾਰੀ ਕਹਿੰਦੇ ਜੀ, ਉਹਦੇ ਕੀ ਕਾਰਨ ਬਣਦੇ ਆ ਜੀ? ਉਹ ਕਾਹਦੇ ਕਾਰਨ ਹੋ ਜਾਂਦੀ ਹੈ ਯਾਰ? ਸਰਾਂ ਦੀ ਬਿਮਾਰੀ ਜੀ ਇੱਕ ਨਾ, ਜਿਵੇਂ ਮਤਲਬ ਕਿਸੇ ਬੇਨ ਦੇ ਵਿੱਚ ਨਾ ਕਲੌਟ ਆ ਜਾਂਦਾ ਕੋਈ। ਅੱਛਾ ਜੀ। ਨਾੜ ਬਲੌਕ ਹੋ ਜਾਣੀ ਕੋਈ ਨਾ ਕੋਈ। ਅੱਛਾ ਜੀ। ਠੀਕ ਹੈ ਜੀ। ਉਹ ਕਈ ਰੂਪ ਆ ਉਹਦੇ, ਮਤਲਬ ਕਈ ਪਸ਼ੂਆਂ ਨੂੰ ਦਿਮਾਗ ਨੂੰ ਸਰਾ ਹੋ ਜਾਂਦੀ ਹੈ। ਹਾਂਜੀ। ਜਿਵੇਂ ਬੰਦੇ ਨੂੰ ਪੈਰਾਲਾਈਜ਼ ਹੋ ਜਾਂਦਾ ਨਾ, ਉਹ ਚੀਜ਼ ਆ। ਅੱਛਾ ਜੀ। ਮਤਲਬ ਕਈ ਵਾਰ ਪਿੱਛੇ ਨੂੰ ਹੋ ਜਾਂਦੀ ਹੈ। ਹਾਂਜੀ। ਕਈ ਵਾਰ ਦਿਮਾਗ ਨੂੰ ਹੋ ਜੇ ਤਾਂ ਮਤਲਬ ਪਸ਼ੂ ਬਚਦਾ ਹੀ ਨਹੀਂ। ਅੱਛਾ। ਜੇ ਪਿੱਛੇ ਨੂੰ ਹੋ ਜੇ ਤਾਂ ਤਕਰੀਬਨ ਪਸ਼ੂ ਬਚ ਜਾਂਦਾ, ਪਰ ਉਹ ਟਿਕ ਟੋਲੇ ਜੇ ਖਾ ਕੇ ਚੱਲਦਾ। ਤੇ ਇੱਕ ਮੱਖੀ ਵੀ ਆਉਂਦੀ ਹੈ ਇਹਦੇ 'ਚ, ਡੰਕੀ ਮੱਖੀ ਬੋਲ ਦਿੰਦੇ ਉਹ। ਹਾਂਜੀ। ਉਹ ਮੱਖੀ ਨਾਲ ਵੀ ਤਕਰੀਬਨ ਅਸੀਂ ਨੋਟ ਕਰੀਏ ਗੱਲ ਵੀ ਉਹ ਡੰਕੀ ਮੱਖੀ ਨਾਲ ਵੀ ਸਰਾ ਹੋ ਜਾਂਦਾ। ਅੱਛਾ ਜੀ। ਮੰਨ ਲਾ ਵੀ ਇੱਕ ਜਿਵੇਂ ਮਲੇਰੀਆ ਮੱਛਰ ਤੋਂ ਹੁੰਦਾ, ਉਵੇਂ ਵਾਇਰਸ ਹੈ ਇੱਕ ਤਰ੍ਹਾਂ ਦਾ। ਜਿਵੇਂ ਕਿਸੇ ਸਰਾਂ ਵਾਲੇ ਪਸ਼ੂ ਦੇ ਉਹਨੇ ਦੰਦੀ ਵੱਢੀ, ਉਦੋਂ ਬਾਅਦ ਕਿਸੇ ਹੋਰ ਪਸ਼ੂ ਦੇ ਦੰਦੀ ਵੱਢਦੀ ਆ, ਉਹ ਬਲੱਡ ਉਹਦੇ 'ਚ ਚਲਾ ਜਾਂਦਾ। ਠੀਕ ਹੈ। ਇਹਦੇ ਨਾਲ ਵੀ ਇਹ ਮਤਲਬ ਤਕਰੀਬਨ ਅਸੀਂ ਨੋਟ ਕਰਦੇ ਆ ਇਹ ਗੱਲਾਂ, ਤੇ ਵੀ ਇਹਦੇ ਕਾਰਨ ਵੀ ਸਰਾ ਹੋ ਜਾਂਦੀ ਹੈ। ਅੱਛਾ ਜੀ। ਡੰਕੀ ਮੱਖੀ ਬੋਲਦੇ, ਵੱਡੀ ਸਾਰੀ ਮੱਖੀ ਹੁੰਦੀ, ਬੇਨ ਤੇ ਦੰਦੀ ਵੱਢਦੀ ਆ। ਹਮੇਸ਼ਾ ਦੇਖੀ ਆ ਬੰਦਿਆਂ ਦੇ, ਆਮ ਜਿਹੜੇ ਬੰਦੇ ਘੋੜੀਆਂ ਰੱਖਦੇ, ਸੈੱਲ ਵਾਲੇ ਏਰੀਏ 'ਚ ਜ਼ਿਆਦਾ ਹੁੰਦੀ ਆ, ਜਿੱਥੇ ਮਤਲਬ ਝੋਨਾ ਵਗੈਰਾ ਜ਼ਿਆਦਾ ਲੱਗਦਾ ਹੈ ਜਾਂ ਪਾਣੀ ਜ਼ਿਆਦਾ ਹੈ। ਜਿਵੇਂ ਯੂਪੀ ਹੈ, ਹਾਂਜੀ, ਇੱਧਰਲੇ ਏਰੀਏ 'ਚ, ਜਾਂ ਮੋਗਾ ਸਾਈਡ ਇੱਧਰ ਜ਼ਿਆਦਾ ਮਤਲਬ ਝੋਨਾ ਵਗੈਰਾ ਲਾਉਂਦੇ ਆ। ਠੀਕ ਹੈ। ਇੱਧਰਲੇ ਏਰੀਏ 'ਚ ਜ਼ਿਆਦਾ ਹੁੰਦਾ। ਠੀਕ ਹੈ। ਤੇ ਇਹਦੀ ਰੁੱਤ ਕੋਈ ਨਹੀਂ। ਅੱਛਾ ਜੀ। ਜਿਵੇਂ ਹੁਣ ਆਪਾਂ ਕਹਿ ਦਈਏ ਯਾਰ ਇਹ ਤਾਂ ਇਸ ਰੁੱਤ 'ਚ ਹੀ ਬਿਮਾਰੀ ਆਉਂਦੀ ਹੈ, ਤੇ ਇਹਦੀ ਕੋਈ ਰੁੱਤ ਨਹੀਂ ਹੈ, ਕਦੋਂ ਵੀ ਕਿਸੇ ਨੂੰ ਵੀ ਹੋ ਸਕਦਾ। ਠੀਕ ਹੈ ਜੀ। ਹਾਂਜੀ। ਡਾਕਟਰ ਸਾਹਿਬ, ਆਪਣੇ ਜਿਹੜੀਆਂ ਗੱਭਣ ਘੋੜੀਆਂ ਹੁੰਦੀਆਂ ਨੇ, ਉਹਦੀ ਆਪਾਂ ਸਵਾਰੀ ਕਿੰਨੇ ਮਹੀਨਿਆਂ ਤੱਕ ਕਰ ਸਕਦੇ ਹਾਂ? ਗੱਭਣ ਘੋੜੀ ਦੀ ਸਵਾਰੀ ਆਪਾਂ 9.5 ਮਹੀਨੇ ਤੱਕ ਕਰ ਸਕਦੇ ਹਾਂ। ਅੱਛਾ ਜੀ। ਮਹੀਨਾ ਡੇਢ ਮਹੀਨਾ ਆਪਾਂ ਨੂੰ ਪਹਿਲਾਂ ਛੱਡ ਦੇਣੀ ਚਾਹੀਦੀ ਹੈ। ਠੀਕ ਹੈ ਜੀ। 2 ਮਹੀਨੇ ਚੜ੍ਹਨਾ ਨਹੀਂ ਚਾਹੀਦਾ ਜੀ ਜਦੋਂ ਮੇਟ ਕਰਾਤੀ। ਅੱਛਾ ਜੀ। 2 ਮਹੀਨਿਆਂ ਬਾਅਦ ਆਪਾਂ ਚੜ੍ਹ ਸਕਦੇ ਹਾਂ ਉਹਦੇ ਉੱਤੇ, ਤੋਰ ਸਕਦੇ ਹਾਂ। ਹਾਂਜੀ। ਠੀਕ ਹੈ ਜੀ। ਉਦੋਂ ਬਾਅਦ ਆਪਾਂ ਮੰਨ ਲਓ ਵੀ 9.5 ਮਹੀਨੇ ਤੱਕ ਸਵਾਰੀ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਹੌਲੀ ਹੌਲੀ ਤਾਂ ਚਾਹੇ ਜਿੰਨਾ ਤੱਕ ਸੁਣਦੀ ਨਹੀਂ ਹੁੰਦਾ ਕਿ ਚੜ੍ਹ ਸਕਦੇ ਹਾਂ। ਜਿਵੇਂ ਮਤਲਬ ਚਾਲ ਚੂਲ ਚੱਲਦੀਆਂ ਘੋੜੀਆਂ, ਕਈ ਜ਼ਿਆਦਾ ਵਧੀਆ ਚੱਲਦੀਆਂ, ਉਹ ਫਿਰ ਅਗਲੇ ਨੂੰ ਸਰੀਰ ਜਿਹਾ ਬਣਿਆ ਹੁੰਦਾ, ਅਗਲਾ ਦੱਬੀ ਜਾਂਦਾ, ਉਹ ਨੁਕਸਾਨ ਹੋ ਜਾਂਦਾ। ਇੱਕ ਜਾਨਵਰਾਂ ਨੂੰ ਜਿਹੜੇ ਸੂਣ ਵਾਲੇ ਹੁੰਦੇ ਆ, ਉਹਨਾਂ ਨੂੰ ਊਸਗੀਏ ਤੋਂ ਬਚਾ ਕੇ ਰੱਖਣਾ ਚਾਹੀਦਾ। ਜਿਵੇਂ ਚੜ੍ਹਦੀ ਧੁੱਪ ਆਉਂਦੀ ਹੈ ਜੀ। ਅੱਛਾ ਜੀ। ਜਾਂ ਛਿਪਦੀ ਧੁੱਪ ਆਉਂਦੀ ਹੈ, ਉਹ ਧੁੱਪੇ ਪਸ਼ੂ ਨਹੀਂ ਰਹਿਣਾ ਚਾਹੀਦਾ ਜੀ, ਘੋੜੀ ਖਾਸ ਕਰਕੇ। ਵੈਸੇ ਤਾਂ ਮੱਝ ਗਾਂ ਨੂੰ ਵੀ ਜ਼ਰੂਰੀ ਆ, ਕਿਉਂਕਿ ਇਹਨਾਂ ਦੀ ਨਾ ਸਕਿਨ ਹੁੰਦੀ ਹੈ ਜਿਹੜੀ ਪਤਲੀ ਹੁੰਦੀ ਹੈ ਜੀ, ਉਹ ਬੱਚੇਦਾਨੀ ਦੇ ਮਤਲਬ ਪੇਟ ਦੇ ਵਿੱਚ ਦੀ ਵੀ ਜਾ ਕੇ ਬੱਚੇਦਾਨੀ ਤੇ ਇਫੈਕਟ ਕਰਦੀ ਹੈ ਜੀ। ਤੇ ਤਕਰੀਬਨ ਬੱਚੇ ਸਿੱਟਣ ਦਾ ਕਾਰਨ ਹੁੰਦਾ ਜੀ ਘੋੜੀਆਂ, ਜਿਹੜੀਆਂ ਘੋੜੀਆਂ ਬੱਚਾ ਸਿੱਟ ਦਿੰਦੀਆਂ ਨਾ, ਉਹਨਾਂ ਦਾ ਕਾਰਨ ਹੁੰਦਾ ਜੀ ਉਹਨਾਂ ਨੂੰ ਊਸਗੀਆ ਲੱਗ ਜਾਂਦਾ। ਪੁਰਾਣੇ ਬੰਦੇ ਕਹਿ ਦਿੰਦੇ ਕਿ ਬਜ਼ੁਰਗ ਆਪਣੇ ਵੀ ਜਾਨਵਰ ਨੂੰ ਯਾਰ ਊਸਗੀਆ ਲੱਗ ਗਿਆ ਤਾਂ ਬੱਚਾ ਸਿੱਟ ਗਿਆ। ਊਸਗੀਆ ਜਾਂ ਸੀਹਾ ਵੀ ਕਹਿ ਦਿੰਦੇ, ਭਾਸ਼ਾ ਅੱਡੋ ਅੱਡ ਆਪਣੀ, ਕੋਈ ਕਿਸੇ ਏਰੀਏ 'ਚ ਕੁਛ ਬੋਲਦੇ, ਕਿਸੇ 'ਚ ਕੁਛ ਬੋਲਦੇ, ਤੇ ਉਹਦੇ ਨਾਲ ਘੋੜੀਆਂ ਬੱਚਾ ਸਿੱਟ ਜਾਂਦੇ। ਠੀਕ ਹੈ ਜੀ। ਡਾਕਟਰ ਸਾਹਿਬ, ਇੱਕ ਆਪਣੇ ਫਾਰਮ ਤੇ ਮੈਂ ਮਾਰਵਾੜੀ ਘੋੜੀ ਦੇਖੀ ਹੈ ਜੀ, ਉਹ ਡਾਕਟਰ ਸਾਹਿਬ ਉਹਦੇ ਬਾਰੇ ਸਾਨੂੰ ਡਿਟੇਲ ਦਿਓ ਜੀ। ਮੈਨੂੰ ਲੱਗਦਾ ਉਹਨੂੰ ਦਿਖਾਈ ਵੀ ਘੱਟ ਦਿੰਦਾ, ਹਨਾ ਜੀ? ਹਾਂ, ਇਹ ਘੋੜੀ ਸਾਡੇ ਕੋਲੇ ਹੁਣੇ ਆਈ ਹੈ ਜੀ, ਪਿੱਛੇ ਜੇ ਥੋੜੇ ਦਿਨ ਹੋ ਗਏ। ਇਹ ਸੁਲਤਾਨ ਮਿਰਜ਼ੇ ਦੀ ਬੱਚੀ ਹੈ ਜੀ। ਅੱਛਾ ਜੀ। ਤੇ ਬਲੈਕ ਰੰਗ ਦੀ ਹੈ, ਮੱਥੇ ਫੁੱਲ ਹੈ ਇਹਦੇ, ਤੇ ਇਹਨੂੰ ਦਿਖਦਾ ਨੀ ਗਾ ਜੀ ਦੋਨੇ ਅੱਖਾਂ ਤੋਂ। ਅੱਛਾ ਜੀ। ਤੇ ਪਤਾ ਨਹੀਂ ਕਿਉਂ ਨਹੀਂ ਦਿੰਦਾ, ਪ੍ਰਮਾਤਮਾ ਦੀ ਕਿਰਪਾ, ਪਤਾ ਨਹੀਂ ਜਮਾਂਦਰੂ ਨੂੰ ਨਹੀਂ ਦਿੰਦਾ ਕਿ ਕਿਸੇ ਦੀ ਅਣਗਹਿਲੀ ਨਾਲ ਮਤਲਬ ਇਹਨੂੰ ਦਿਸਣੋਂ ਹਟਿਆ, ਕੋਈ ਦਿਮਾਗੀ ਅਪਸੈਟ ਨਾਲ, ਕੋਈ ਵੀ ਕਾਰਨ ਹੋ ਸਕਦਾ, ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿਉਂ ਨਹੀਂ ਦਿਖ ਰਿਹਾ ਇਹਨੂੰ। ਤੇ ਇਸ ਟਾਈਮ ਇਹ ਸੁਲਤਾਨ ਮਿਰਜ਼ੇ ਦੀ ਬੱਚੀ ਹੈ ਜੀ। ਹਾਂਜੀ। ਤੇ ਆਪਣੇ ਕੋਲੇ ਆਈ ਹੈ ਇਹ ਮਲਕਾਣੇ ਪਿੰਡ ਤੋਂ। ਅੱਛਾ ਜੀ। ਤੇ ਆਪਾਂ ਹੁਣ ਇਹ ਆਪਣੇ ਘੋੜੇ ਤੋਂ ਮੇਟ ਕਰਾਈ ਹੋਈ ਹੈ। ਪਹਿਲਾਂ ਇਹਦੇ ਮਗਰ ਬਸ਼ੇਰੀ ਸੀਗੀ, ਪਰ ਉਹ ਬਚੀ ਨਹੀਂ ਵਿਚਾਰੀ। ਠੀਕ ਹੈ। ਤੇ ਹੁਣ ਇਹ ਆਪਣੇ ਘੋੜੇ ਤੋਂ ਮੇਟ ਹੈ, ਤੇ ਆਪਾਂ ਇਹ ਸੇਵਾ ਵਾਸਤੇ ਲਈ। ਅੱਛਾ ਜੀ। ਤੇ ਵੀ ਚਲੋ
ਕਿਸੇ ਅੰਨੇ ਜਾਨਵਰ ਦੀ ਸਿਆਣੇ ਬੰਦੇ ਕਹਿੰਦੇ ਵੀ ਸੇਵਾ ਕਰੋ ਤਾਂ ਫਲ ਮਿਲਦਾ, ਤੇ ਉਹ ਸੇਵਾ ਵਾਸਤੇ ਲੈ ਲਈ ਖੜੀ ਆਪਣੇ ਕੋਲੇ, ਤੇ ਬੱਚਾ ਦੇ ਲਿਆ ਕਰੂਗੀ ਤਾਂ ਵਿਚਾਰੀ ਕਰਦੀ ਰਹੂਗੀ। ਤੇ ਆਪਣੇ ਘੋੜੇ ਤੋਂ ਮੇੜ ਜ਼ਰੂਰ ਕਰਾਤੀ ਆਪਾਂ ਸਿਲੇ ਜੀ। ਡਾਕਟਰ ਸਾਹਿਬ ਆਪਣੇ ਘੋੜੇ ਦੀ ਫੀਸ ਕਿੰਨੀ ਰੱਖੀ ਹੈ ਜੀ ਤੁਸੀਂ, ਮੀਟਿੰਗ ਫੀਸ? ਆਪਣੇ ਘੋੜੇ ਦੀ ਜੀ ਹੁਣ 15 ਜਨਵਰੀ ਤੋਂ ਬਾਅਦ ਆਪਾਂ 31000 ਰੁਪਇਆ ਫੀਸ ਰੱਖੀ ਹੈ। ਅੱਛਾ ਜੀ। ਹਾਂ ਜੀ, ਉਦੋਂ ਪਹਿਲਾਂ ਆਪਾਂ 11000 ਫੀਸ ਸੀਗੀ ਆਪਣੀ, ਇਹ ਵੀਡੀਓ 'ਚ ਮੈਂ 11000 ਬੋਲਿਆ। ਹਾਂਜੀ। ਤੇ ਹੁਣ ਆਪਣੀ 31000 ਰੁਪਇਆ ਫੀਸ ਹੈ ਜੀ। 31000 ਤੇ ਹੀ ਆਪਾਂ ਮੇਟ ਕਰਾਉਣੇ ਆ ਘੋੜੀਆਂ ਜਿੰਨੀਆਂ ਵੀ ਕਰਾਉਣੇ ਆ। ਠੀਕ ਹੈ ਜੀ। ਤੇ ਬਾਕੀ ਜੇ ਕੋਈ ਇੱਥੇ ਡਾਕਟਰੀ ਦੀ ਸਹੂਲਤ ਦੀ ਲੋੜ ਪੈਂਦੀ ਹੈ ਕਿਸੇ ਨੂੰ, ਉਹ ਆਪਾਂ ਫ੍ਰੀ ਦਿੰਨੇ ਆ ਜੀ। ਜਿਵੇਂ ਚੈੱਕ ਕਰਨੀ ਘੋੜੀ ਕੋਈ ਜਾਂ ਦਵਾਈ ਭਰਨੀ ਪੈਗੀ, ਉਹ ਆਪਾਂ ਕਿਸੇ ਤੋਂ ਕੋਈ ਚਾਰਜਿੰਗ ਨਹੀਂ ਲੈਂਦੇ। ਠੀਕ ਹੈ। ਜੇ ਅਗਲੇ ਦੇ ਘਰ ਜਾਵਾਂਗੇ ਤਾਂ ਚਾਰਜ ਲੈਂਦੇ ਆ, ਜੇ ਆਪਣੇ ਕੋਲੇ ਇੱਥੇ ਆ ਗਿਆ ਕੋਈ ਤੇ ਆਪਾਂ ਉਹਦੇ ਤੋਂ ਕੋਈ ਚਾਰਜ ਨਹੀਂ ਲੈਂਦੇ ਜੀ। ਮਤਲਬ ਜੇ ਕੋਈ ਦਵਾਈ ਵਗੈਰਾ ਰੱਖਣੀ ਪੈਗੀ ਜਾਂ ਕੋਈ ਚੈੱਕ ਕਰਕੇ ਮਿਲਾਉਣੀ ਪੈਗੀ ਤਾਂ ਉਹਦਾ ਆਪਾਂ ਕੋਈ ਚਾਰਜ ਨਹੀਂ ਕਰਦੇ ਕਿਸੇ ਦੀ। ਡਾਕਟਰ ਸਾਹਿਬ ਤੁਸੀਂ ਆਪਣਾ ਕੰਟੈਕਟ ਨੰਬਰ ਇੱਕ ਵਾਰ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਜੀ, ਤਾਂ ਕਿ ਜੇ ਕਿਸੇ ਵੀਰ ਨੂੰ ਕੋਈ ਸਹਾਇਤਾ ਦੀ ਲੋੜ ਪੈਂਦੀ ਆ ਤਾਂ ਤੁਹਾਡੇ ਨਾਲ ਕਾਲ ਕਰਕੇ ਪੁੱਛਗਿੱਛ ਕਰ ਸਕੇ। ਹਾਂਜੀ, ਮੇਰਾ ਨੰਬਰ 99154 ਹੈ ਜੀ 65514, ਤੇ ਇੱਕ ਨੰਬਰ ਮੇਰਾ ਹੋਰ ਹੈ ਜੀ 94178 29491, ਤੇ ਇੰਗਲਿਸ਼ 'ਚ ਵੀ ਮੈਂ ਬੋਲ ਦਿੰਦਾ ਜੀ 9915465514। ਇਹ ਨੰਬਰ ਹੈ ਜੀ ਮੇਰੇ। ਤੇ ਤੁਸੀਂ ਕਦੋਂ ਵੀ ਕਿਸੇ ਵੀ ਟਾਈਮ ਮੈਨੂੰ ਕਾਲ ਕਰਕੇ ਕੋਈ ਵੀ ਸਹੂਲਤ ਦੀ ਕਿਸੇ ਚੀਜ਼ ਦੀ ਲੋੜ ਹੈ, ਕੋਈ ਮੈਡੀਸਨ ਪੁੱਛਣੀ ਹੈ ਜਾਂ ਕੋਈ ਕਿਸੇ ਦਾ ਜਾਨਵਰ ਬਿਮਾਰ ਹੈ, ਜਿੰਨੀ ਦੂਰ ਮਰਜ਼ੀ ਆ, ਅੱਛਾ, ਆਪਾਂ ਬੰਦੇ ਨਾਲ ਕੰਟੈਕਟ ਕਰਦੇ ਹਾਂ ਜੀ। ਠੀਕ ਹੈ। ਤੇ ਆਪਾਂ ਅਗਲੇ ਕੋਲੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਵੀ ਜਾਨਵਰ ਬਚਣਾ ਚਾਹੀਦਾ, ਤੇ ਆਪਾਂ ਨੂੰ ਦੂਰ ਨੇੜੇ ਦਾ ਕੋਈ ਮਤਲਬ ਉਹ ਨਹੀਂ ਹੈਗਾ। ਰੀਜਨ ਨਹੀਂ ਵੀ ਯਾਰ ਤੁਸੀਂ ਤਾਂ 700 ਕਿਲੋਮੀਟਰ ਬੈਠੇ ਹੋ, ਮੈਂ ਤੁਹਾਡੇ ਕੋਲੇ ਕਿਵੇਂ ਆਵਾਂ। ਹੁਣ ਪਿੱਛੇ ਜੇ ਮੈਂ ਇੱਕ ਘੋੜਾ ਬਿਮਾਰ ਹੋ ਗਿਆ ਸੀਗਾ ਜੀ, ਗਿਰੀ ਅਕੈਡਮੀ ਹੈ ਇੱਥੇ ਆਪਣੇ ਕੋਟੇ, ਆਪਣੇ ਤੋਂ 710 ਕਿਲੋਮੀਟਰ ਹੈ, ਤੇ ਮੈਂ ਜਾ ਕੇ ਉਹਦਾ ਇਲਾਜ ਕਰਕੇ ਆਇਆ। ਅੱਛਾ, ਬਾਈ ਜਸਪ੍ਰੀਤ ਨੇ ਭੇਜਿਆ ਸੀ ਮੈਨੂੰ, ਜਗਰਾਉਂ ਵਾਲੇ ਬਾਈ ਨੇ। ਹਾਂਜੀ। ਤੇ ਉੱਥੇ ਮੈਂ ਜਾ ਕੇ ਉਹਦਾ ਇਲਾਜ ਕਰਕੇ ਆਇਆ ਜੀ। ਕੋਈ ਦੂਰ ਨੇੜੇ ਦੀ ਗੱਲ ਨਹੀਂ ਹੁੰਦੀ, ਪਰ ਜਾਨਵਰ ਬਚਣਾ ਚਾਹੀਦਾ ਜੀ ਕਿਸੇ ਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਡੇ ਨਾਲ ਇੰਨੀ ਕੀਮਤੀ ਜਾਣਕਾਰੀ ਸਾਂਝੀ ਕਰਨ ਦਾ, ਤੇ ਜਿਹੜਾ ਤੁਸੀਂ ਸਾਡੇ ਲਈ ਇੰਨਾ ਕੀਮਤੀ ਆਪਣਾ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਏ ਤੇ ਗੱਲਬਾਤ ਕਰੀ, ਤੇ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ।